ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਹੁਣ ਤੱਕ ਦੀਆਂ ਤਾਜ਼ਾ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਵਧ ਰਹੇ ਕਰੋਨਾ ਦੇ ਆંકੜਿਆਂ ਦੇ ਵੱਲ। ਸਭ ਤੋਂ ਪਹਿਲਾਂ ਸੁਰਿੰਦਰ ਡੱਲਾ ਹੁਣ ਤੋਂ ਸੁਣਦੇ ਹਾਂ ਪੰਜਾਬ ਦੇ ਤਾਜ਼ਾ ਕੋਵਿਡ ਹਾਲਾਤ। ਬਿਲਕੁਲ ਗਗਨ, ਕੋਵਿਡ ਦਾ ਤਾਜ਼ਾ ਅਪਡੇਟ ਹੈ ਜਿਹੜਾ ਇਹ ਫੇਰ ਸਾਡੀਆਂ ਸਾਰਿਆਂ ਦੀਆਂ ਹੀ ਚਿੰਤਾਵਾਂ ਵਧਾਉਣ ਵਾਲਾ ਹੈ। ਔਰ ਕੱਲ੍ਹ 20 ਮਾਰਚ ਨੂੰ ਇੱਕ ਵਾਰ ਫੇਰ ਪੰਜਾਬ ਦੇ ਵਿੱਚ 38 ਲੋਕ ਨੇ ਜਿਹੜੇ ਉਹ ਦੁਨੀਆ ਤੋਂ ਵਿਦਾ ਹੋਏ ਨੇ। ਸੋ ਸਵਰਗਵਾਸ ਹੋਣ ਵਾਲਿਆਂ ਦੀ ਗਿਣਤੀ ਹੈ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ। 38 ਲੋਕ ਕੱਲ੍ਹ ਦੁਨੀਆ ਤੋਂ ਚਲੇ ਗਏ ਔਰ ਕੱਲ੍ਹ ਵੀ 2587 ਕੇਸ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਆਏ ਨੇ। ਔਰ ਇਹ ਲਗਾਤਾਰ ਪਿਛਲੇ 4-5 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਕੇਸ ਵੱਧਦੇ ਹੀ ਜਾ ਰਹੇ ਨੇ। ਸੋ ਸਾਨੂੰ ਬਹੁਤ ਇਸ ਵਕਤ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਕਿਸੇ ਤਰ੍ਹਾਂ ਦੀ ਵੀ ਜਿਹੜੀ ਲਾਪਰਵਾਹੀ ਹੈ ਉਹ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਔਰ ਜਿੱਥੋਂ ਤੱਕ ਗੱਲ ਰਹਿ ਗਈ, ਕੱਲ੍ਹ ਕੇਸ ਕਿਤੇ ਕਿਤੇ ਆਏ ਨੇ। ਲੁਧਿਆਣਾ 'ਚ 329, ਜਲੰਧਰ 'ਚ 380, ਪਟਿਆਲਾ 'ਚ 256, ਮੋਹਾਲੀ ਦੇ ਵਿੱਚ 385, ਅੰਮ੍ਰਿਤਸਰ 'ਚ 195 ਕੇਸ ਆਏ ਨੇ, ਗੁਰਦਾਸਪੁਰ 'ਚ 187 ਕੇਸ ਆਏ ਨੇ, ਬਠਿੰਡਾ 'ਚ 61 ਕੇਸ ਆਏ ਨੇ, ਹੁਸ਼ਿਆਰਪੁਰ 238 ਕੇਸ ਆਏ ਨੇ, ਫਿਰੋਜ਼ਪੁਰ 21, ਪਠਾਨਕੋਟ 25, ਸੰਗਰੂਰ 34, ਕਪੂਰਥਲਾ 182, ਫਰੀਦਕੋਟ 20 ਨੇ, ਮੁਕਤਸਰ 47 ਨੇ, ਫਾਜ਼ਿਲਕਾ 'ਚ 34 ਕੇਸ ਆਏ ਨੇ, ਮੋਗਾ 'ਚ 28 ਕੇਸ ਆਏ ਨੇ, ਫਾਜ਼ਿਲਕਾ 'ਚ 24 ਕੇਸ ਆਏ ਨੇ, ਮੋਗਾ 'ਚ 28 ਕੇਸ ਆਏ ਨੇ, ਰੋਪੜ 'ਚ 2 ਕੇਸ ਆਏ ਨੇ, ਫਤਿਹਗੜ੍ਹ ਸਾਹਿਬ 37 ਕੇਸ ਆਏ ਨੇ, ਬਰਨਾਲਾ 12, ਤਰਨਤਾਰਨ 46, ਸ਼ਹੀਦ ਭਗਤ ਸਿੰਘ ਨਗਰ ਇੱਕ ਵਾਰ ਫਿਰ 129 ਕੇਸ ਆਏ ਨੇ ਅਤੇ ਮਾਨਸਾ 'ਚ 9 ਕੇਸ ਆਏ ਨੇ। ਸੋ ਕੋਵਿਡ ਦੇ ਕੇਸ ਨੇ ਜਿਹੜੇ ਪੂਰੇ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਤੇ 20 ਮਾਰਚ ਨੂੰ ਵੀ ਜਿਹੜੇ ਨੇ ਉਹ 2587 ਤੋਂ ਪਾਰ ਨੇ। ਸੋ ਬਹੁਤ ਸਾਵਧਾਨੀਆਂ ਵਰਤਣ ਦੀ ਸਾਨੂੰ ਇਸ ਵਕਤ ਜ਼ਰੂਰਤ ਹੈ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਦੇ ਵੱਲੋਂ ਕਿਸਾਨ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ 23 ਮਾਰਚ ਨੂੰ ਹਮਾ ਕਿ ਉਹ ਸਿੰਘੂ ਅਤੇ ਟਿੱਕਰੀ ਸਰਹੱਦ ਦੇ ਉੱਤੇ ਪਹੁੰਚਣ ਤਾਂ ਜੋ ਉੱਥੇ ਪਹੁੰਚ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਮੇਤ ਰਾਜਗੁਰੂ ਅਤੇ ਸੁਖਦੇਵ ਦਾ ਵੀ ਸ਼ਹੀਦੀ ਦਿਹਾੜਾ मनाया जाए ਅਤੇ खड़कल कलां ਦੇ ਵਿੱਚ भी ਵੱਡਾ इकट्ठ होने जा रहा है। संयुक्त किसान मोर्चा की तरफ से आपको ये बताना चाहता हूँ कि संयुक्त किसान मोर्चा ने जो पिछली मीटिंग में फैसले लिए थे वो पूरे देशवासियों को उनको लागू करना है, इम्प्लीमेंट करना है। उनमें जो मेन फैसले हैं वो तो कुछ तो इम्प्लीमेंट हो गए हैं और कुछ इस तरह है कि 23 मार्च को शहीद आजम भगत सिंह राजगुरु सुखदेव का शहादत दिवस पूरे देश में मनाया जाएगा और इसमें खास करके युवाओं को हिस्सा लेने के लिए ज़रूर आना चाहिए। और जहां उसके जन्म स्थान खटकड़ कला में एक बहुत बड़ा प्रोग्राम हो रहा है, वहीं दिल्ली के बॉर्डर्स के ऊपर बैठे लोगों के साथ युवाओं ने आके मिलना है और युवाओं का ही मुख्य प्रोग्राम होगा वो। उसके बाद 26 मार्च को पूरे देश में मुकम्मल बंद की कॉल दी गई है। ये मुकम्मल बंद सुबह 6 बजे से लेकर शाम 6 बजे तक होगा और इसमें हर तरह की सेवाएं जो हैं वो बंद रहेंगी। वो बाज़ार, मार्केट्स, ट्रांसपोर्ट, रेल और हर तरह की जो सेवाएं बंद रहने के लिए मैं अपील करता हूं कि सारे देश के किसान आंदोलन में जुड़े हुए किसान संगठन और वो जन संगठन को अपील करता हूं कि अपने अपने प्रांत में अपनी अपनी राजधानियों और डिस्ट्रिक्ट हेडक्वार्टर्स में, तहसील हेडक्वार्टर्स में तैयारी के लिए अपनी बैठक करो और 26 को मुकम्मल बंद किसानों के पक्ष में संयुक्त किसान मोर्चा की कॉल पर करो। उसके बाद 28 तारीख को 27 तारीख को होली वाले दिन पूरे देश में होली में तीनों कानूनों को जलाया जाएगा, दहन किया जाएगा और उसकी कॉल जो हम देते हैं तीनों कानून की कापियाँ लेके उसको होली में जलाओ। ਤੇ ਹੁਣ ਰੁਕ ਕਰਦੇ ਹਾਂ ਸਿਆਸੀ ਖਬਰਾਂ ਦੇ ਵੱਲ। ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਬਾਗਾ ਪੁਰਾਣਾ ਦੇ ਵਿੱਚ ਵੱਡੀ ਕਿਸਾਨ ਸਭਾ ਕੀਤੀ ਜਾਣੀ ਹੈ, ਜਿਸ ਕਿਸਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ। ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਮੌਕੇ ਦੇ ਉੱਤੇ ਪਹੁੰਚਣ ਦੇ ਲਈ ਜੋ ਇਜਾਜ਼ਤ ਮੰਗੀ ਗਈ ਸੀ ਉਸ ਇਜਾਜ਼ਤ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੂੰ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣਾ ਪਏਗਾ ਤਾਂ ਹੀ ਅਰਵਿੰਦ ਕੇਜਰੀਵਾਲ ਇਸ ਰੈਲੀ ਦੇ ਵਿੱਚ ਸ਼ਾਮਲ ਹੋ ਸਕਣਗੇ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਇਸ ਰੈਲੀ ਦੇ ਉੱਤੇ ਵੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਕਈ ਧਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ
ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸੰਮੇਲਨ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵਿੱਚ ਮਹਾਮਾਰੀ ਦੇ ਵਿੱਚ ਲਗਾਤਾਰ ਅੰਕੜੇ ਵਧਦੇ ਜਾ ਰਹੇ ਨੇ। ਇੱਕ ਗੱਲ ਦੀ ਮੈਨੂੰ ਹੈਰਾਨਗੀ ਵੀ ਹੁੰਦੀ ਹੈ ਕਿ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਕਾਲੀ ਦਲ ਦੇ ਪੱਲੇ ਕੁਝ ਨਹੀਂ, ਤੇ ਇਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਵੀ, ਸਰਦਾਰ ਮਨਜੀਤ ਸਿੰਘ ਜੀਕੇ ਦਾ ਵੀ, ਸਰਨਾ ਭਰਾਵਾਂ ਦਾ ਵੀ, ਔਰ ਸਾਰਿਆਂ ਦਾ ਰਲ ਕੇ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਸ ਸਿੰਬਲ ਦੇ ਉੱਤੇ ਦਿੱਲੀ ਕਮੇਟੀ ਦੀ ਚੋਣ ਲੜਦਾ ਬਾਲਟੀ, ਵੀ ਇਹਦੇ ਕੋਲੋਂ ਸਿੰਬਲ ਜਿਹੜਾ ਉਹ ਖੋਇਆ ਜਾਏ। ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਹੈ, ਇਹ ਜਿਹੜਾ ਐਕਟ 1971 ਦੇ ਵਿੱਚ ਬਣਿਆ ਸੀ ਉਹਦੇ ਮੁਤਾਬਕ ਹੁੰਦੀ ਹੈ। ਉਹਦੇ ਮੁਤਾਬਕ ਹੀ 1974 ਦੇ ਵਿੱਚ ਰੂਲਸ ਬਣੇ ਸੀ, ਉਹਦੇ ਮੁਤਾਬਕ ਕੰਮ ਜਿਹੜਾ ਸਾਰਾ ਇਲੈਕਸ਼ਨਾਂ ਦਾ ਹੁੰਦਾ। 2010 ਦੇ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਰੂਲਸ ਦੇ ਵਿੱਚ ਉਸ ਵੇਲੇ ਇਸ ਤਰ੍ਹਾਂ ਦੀਆਂ ਅਮੈਂਡਮੈਂਟ ਕੀਤੀਆਂ ਗਈਆਂ ਸੀ। ਉਦੋਂ ਵੀ ਇੱਕੋ ਇੱਕ ਮਨਸ਼ਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਦੀ ਸੇਵਾ ਤੋਂ ਕਿਸੇ ਤਰੀਕੇ ਰੋਕਿਆ ਜਾਵੇ। ਉਦੋਂ ਕੁਝ ਇਹੋ ਜਿਹੀਆਂ ਤਬਦੀਲੀਆਂ ਕਰ ਦਿੱਤੀਆਂ ਸੀ ਜਿਹੜੀਆਂ ਐਜ਼ ਪਰ ਐਕਟ, ਜੋ ਐਕਟ ਦੇ ਵਿੱਚ ਜੋ ਉਹਦੀ ਸਪਿਰਿਟ ਸੀ ਉਹਦੇ ਖਿਲਾਫ ਸੀ। ਇਸ ਕਰਕੇ 2012 ਦੇ ਵਿੱਚ ਵੀ 2017 ਦੇ ਵਿੱਚ ਵੀ ਉਹ ਰੂਲ ਜਿਹੜੇ ਆ ਉਹ ਲਾਗੂ ਨਹੀਂ ਹੋਏ। ਉਧਰ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਕੀ ਕੁਝ ਕਹਿ ਰਹੀ ਹੈ ਆਮ ਆਦਮੀ ਪਾਰਟੀ, ਉਹ ਸੁਣਦੇ ਹਾਂ। ਵੇਖੋ, ਕਰੋਨਾ ਕੋਈ ਕੱਲ ਨਹੀਂ ਆਇਆ ਪੰਜਾਬ ਵਿੱਚ, ਕਰੋਨਾ ਨੂੰ ਆਏ 1 ਸਾਲ ਤੋਂ ਵੱਧ ਹੋ ਗਿਆ। ਪਰ ਕੱਲ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਤੇ ਕਾਂਗਰਸ ਦੀ ਖਾਸ ਚਿੰਤਾ ਹੈਗੀ ਹੈ। ਕਾਂਗਰਸ ਆਪਾਂ ਬਿਲਕੁਲ, ਮੈਂ ਤਾਂ ਕਹਿੰਦਾ ਪਿਛਲੇ ਲਗਭਗ 13-14 ਮਹੀਨਿਆਂ ਤੋਂ ਲਗਾਤਾਰ ਕਾਂਗਰਸ ਕੋਵਿਡ ਦਾ ਪ੍ਰਕੋਪ ਪੰਜਾਬ ਤੇ ਮੰਡਰਾ ਰਿਹਾ ਹੈ। ਸਰਕਾਰ ਦੀ ਨਾਕਾਮੀਆਂ, ਸਰਕਾਰ ਦਾ ਫੇਲ ਹੈਲਥ ਸਿਸਟਮ ਪ੍ਰਮਾਣ ਹੈ ਸਾਰੀ ਚੀਜ਼ ਦਾ। ਕਿਸ ਤਰੀਕੇ ਦਿੱਲੀ ਇਹਦੇ ਨਾਲੋਂ ਖਰਾਬ ਸਿਚੁਏਸ਼ਨ ਸੀ, ਪਰ ਅੱਜ ਦਿੱਲੀ ਕਾਫੀ ਸੇਫ ਸਿਚੁਏਸ਼ਨ ਵਿੱਚ ਹੈਗੀ ਹੈ। ਸਿਰਫ ਤੇ ਸਿਰਫ ਆਪਣੀ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਆਪਾਂ ਸਾਰਿਆਂ ਨੇ ਵੇਖਿਆ ਪਿਛਲੇ 1 ਸਾਲ ਦੇ ਦੌਰਾਨ ਕਿ ਕਾਂਗਰਸ ਨੇ ਵੱਡੀ ਰੈਲੀਆਂ, ਵੱਡੇ ਇਕੱਠ ਨਹੀਂ ਕੀਤੇ ਤਾਂ ਕੋਵਿਡ ਨਹੀਂ ਸੀ। ਐਮਸੀ ਇਲੈਕਸ਼ਨ ਦੇ ਦੌਰਾਨ ਰੈਲੀਆਂ ਨਹੀਂ ਹੋਈਆਂ, ਐਮਸੀ ਇਲੈਕਸ਼ਨ ਦੇ ਦੌਰਾਨ ਜਨ ਸਭਾਵਾਂ ਨਹੀਂ ਹੋਈਆਂ ਤਾਂ ਕੋਵਿਡ ਕਿੱਥੇ ਸੀਗਾ? ਤਾਂ ਕੋਵਿਡ ਕਿੱਥੇ ਸੀ? ਤਾਂ ਕੋਵਿਡ ਨਹੀਂ ਸੀ। ਹਾਂਜੀ, ਨਹੀਂ ਕੇਸਿਸ ਤੇ ਹੁਣ ਜਿਸ ਹਿਸਾਬ ਸਿਰ ਅੱਜ ਕੈਪਟਨ ਸਰਕਾਰ ਦੀ ਨੀਂਦ ਖੁੱਲੀ ਹੈ ਤੇ ਕੇਸਿਸ ਨਜ਼ਰ ਆਉਣਾ ਸ਼ੁਰੂ ਹੋ ਗਏ ਨੇ। ਕੇਸਿਸ ਤੇ ਪਿਛਲੇ 13 ਮਹੀਨਿਆਂ ਤੋਂ ਐਕਸਟ੍ਰੀਮ ਤੇ ਵੀ ਗਏ ਨੇ ਤੇ ਹੁਣ ਫਿਰ ਵੱਧ ਰਹੇ ਨੇ। ਪਰ ਸਿਰਫ ਤੇ ਸਿਰਫ ਆਪਣੇ ਪੋਲੀਟੀਕਲ ਏਜੰਡੇ ਨੂੰ ਤੁਸੀਂ ਸਾਰਥਕ ਕਰਨ ਵਾਸਤੇ ਕਹੋ ਜੀ ਹੁਣ ਇੱਕ ਦਿਨ ਵਾਸਤੇ ਕਰੋਨਾ ਆ ਗਿਆ। ਇਸ ਤੋਂ ਇਲਾਵਾ ਜਦੋਂ ਪਿਛਲੇ 13 ਮਹੀਨਿਆਂ 14 ਮਹੀਨਿਆਂ 'ਚ ਰੈਲੀਆਂ ਹੋਈਆਂ ਨੇ ਤਾਂ ਕੋਵਿਡ ਨਹੀਂ ਸੀਗਾ, ਪਰ ਫਿਰ ਵੀ ਸਾਰੀ ਹਦਾਇਤਾਂ ਜੋ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਨੇ ਸਭ ਨੂੰ ਧਿਆਨ 'ਚ ਰੱਖਦੇ ਹੋਏ ਕੱਲ੍ਹ ਦੀ ਰੈਲੀ ਕੀਤੀ ਜਾਊਗੀ। ਹਾਂਜੀ, ਮਾਸਕ, ਸੋਸ਼ਲ ਡਿਸਟੈਂਸਿੰਗ, ਸਾਰੀ ਚੀਜ਼ਾਂ ਦਾ ਬਈ ਕਿਹਾ ਗਿਆ ਵੀ ਜੋ ਵੀ ਬੁਲਾਰੇ ਹੋਣਗੇ ਉਹਨਾਂ ਕੋਲ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਜੋ ਵੀ ਡੀਸੀ ਦਫ਼ਤਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਾਰੀ ਫੋਲੋ ਕੀਤੀਆਂ ਜਾਣਗੀਆਂ। ਭਗਵੰਤ ਮਾਨ ਜੀ ਨਾਲ ਹੀ ਹੋਣਗੇ, ਮੈਨੂੰ ਲੱਗਦਾ ਅੱਜ ਹੀ ਇਹ ਮੀਟਿੰਗ ਹੋਈ ਹੈ ਤੇ ਬਹੁਤ ਛੇਤੀ ਉਹਦੇ ਬਾਰੇ ਤੁਹਾਨੂੰ ਅਪਡੇਟ ਵੀ ਕਰਾਂਗੇ। ਜਿੱਥੇ ਤੱਕ ਆਮ ਆਦਮੀ ਪਾਰਟੀ ਦੇ ਸਟੈਂਡ ਦੀ ਗੱਲ ਹੈ ਤੇ ਪਹਿਲੇ ਦਿਨ ਤੋਂ ਇਹ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਸੰਘਰਸ਼ ਕਰ ਰਹੀ ਹੈ। ਕੱਲ੍ਹ ਦੀ ਜੋ ਰੈਲੀ ਵੀ ਕਿਸਾਨ ਮਹਾਸੰਮੇਲਨ ਹੋ ਰਿਹਾ ਹੈ ਉਹ ਵੀ ਇਹਨਾਂ ਦੀ ਖਿਲਾਫਤ ਕਰਨ ਵਾਸਤੇ, ਕਾਲੇ ਕਾਨੂੰਨਾਂ ਦੀ ਤੇ ਕਿਸਾਨਾਂ ਦੀ ਹਿਮਾਇਤ ਵਾਸਤੇ ਹੋ ਰਹੀ ਹੈ। ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੁਣ ਚਰਚਾਵਾਂ ਦੇ ਵਿੱਚ ਆ ਚੁੱਕੀਆਂ ਨੇ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਅਪ੍ਰੈਲ ਮਹੀਨੇ ਦੇ ਤੱਕ ਇਸ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ, ਭਾਵ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ, ਜਿਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਵੱਡਾ ਝਟਕਾ ਮਿਲ ਚੁੱਕਿਆ ਹੈ। ਅਕਾਲੀ ਦਲ ਇਹਨਾਂ ਚੋਣਾਂ ਨੂੰ ਸਿਆਸੀ ਪਾਰਟੀ ਹੋਣ ਦੇ ਨਾਤੇ ਨਹੀਂ ਲੜ ਸਕੇਗਾ। ਇਸ ਨੂੰ ਲੈ ਕੇ ਦਿੱਲੀ ਸਰਕਾਰ ਦੇ ਮੰਤਰੀ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਹੁਣ ਕੋਈ ਵੀ ਸਿਆਸੀ ਧਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕੇਗੀ। ਇਹ ਚੋਣਾਂ ਜਾਂ ਤਾਂ ਆਜ਼ਾਦ ਉਮੀਦਵਾਰ ਲੜ ਸਕਣਗੇ ਤੇ ਜਾਂ ਧਾਰਮਿਕ ਅਜਿਹੀਆਂ ਜਥੇਬੰਦੀਆਂ ਜੋ कि धार्मिक पार्टी के वजों रजिस्टर्ड ने वही इन्हां चोणां नूं लड़ सकणगियां। तैयारी चुनाव की पूरी चल रही है और काफ़ी लंबे समय से हम लोग लगे हैं। हमने एक लक्ष्य तय किया था कि हम चुनाव पूरी तरह निष्पक्षता से करेंगे और पूरी तरह पारदर्शिता के साथ करेंगे और किस ट्रांसपेरेंट मैनर में करेंगे। किसी प्रकार की गड़बड़ी इस बार अलाउ नहीं है। तो मैं समझता हूँ ये गुरुद्वारा प्रबंधन ये एक रिलीजियस मैटर है, इसमें पॉलिटिकल इंटरवेंशन नहीं होना चाहिए।
हम लोगों ने सारी लिस्ट तैयार करवाई है और जो अवैध वोट पाए गए, जो लोग यहाँ नहीं रहते, जो वापस नहीं आए, उन वोटों को भी कैंसिल किया गया है और जो नए लोग यहाँ रहते हैं उनको वोट बनाने का भी मौका दिया है। और हमारा एक ही लक्ष्य है कि हम इस चुनाव को पूरी निष्पक्षता से और पूरी ईमानदारी के साथ समय पर कराएं। सर, चुनाव कब तक हो सकता है, कोई आइडिया? अप्रैल में चुनाव है, बहुत जल्दी इस हफ्ते के अंदर अंदर नोटिफिकेशन आने वाला है और उसके बाद चुनाव की प्रक्रिया शुरू हो जाएगी। शिरोमणि अकाली दल एक रिलीजियस पार्टी कह के लोगों ने कहा होगा और जो 2010 के अंदर अमेंडमेंट आया उसमें स्पष्टता लिखा हुआ है कि कोई भी रिलीजियस पार्टी ही केवल चुनाव लड़ेगी या जिसको सिंबल मिलेगा, या बाकी जो अगर कोई लड़ते हैं उसको इंडिपेंडेंट कैंडिडेट माना जाएगा। और साथ में पार्टीज़ को सिंबल उनको मिलेगा जो रजिस्टर्ड पार्टी हैं, रजिस्ट्रार ऑफ सोसाइटीज़ के यहाँ पर। तो वो कानून का हिस्सा है, जो कानून है हमें उसके हिसाब से चलना है। तो हम लोग ने तय किया कि जो 2010 के अंदर सरकार ने उस वक्त जो अमेंडमेंट लाए थे एक्ट के अंदर, उस एक्ट के हिसाब से हम लोग चुनाव करवाएंगे। उधर दिल्ली ਦੇ ਵਿੱਚ ਯੂਥ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਯੂਥ ਕਾਂਗਰਸ ਦੇ ਆਗੂਆਂ ਦੇ ਵੱਲੋਂ ਹਵਾ ਵਾਲੇ ਸਿਲੰਡਰ ਸਿਰਾਂ ਦੇ ਉੱਤੇ ਰੱਖ ਕੇ ਅਤੇ ਸਾਈਕਲ ਨਾਲ ਲੈ ਕੇ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਦਿੱਲੀ ਦੇ ਵਿੱਚ ਕੀਤਾ ਗਿਆ। देखिए, पिछले 6 सालों में जब से भारतीय जनता पार्टी की सरकार आई है, देश में रसोई गैस के दाम हो, गैस सिलेंडर जो है लगातार 1000 के करीब आज पहुंच गया है। पेट्रोल और डीजल के दाम हर दिन बढ़ रहे हैं। अंतर्राष्ट्रीय मार्केट में कच्चे तेल की कीमतें लगातार कम हो रही हैं। उसके बावजूद भारत के अंदर आए दिन पेट्रोल और डीजल के दाम बढ़ रहे हैं। 70 सालों में ऐसा पहली बार हुआ है कि 100 से अधिक पेट्रोल और डीजल बिक रहा है। लेकिन आज पाकिस्तान, बांग्लादेश और यहाँ तक कि नेपाल जैसे छोटे देश भी हिंदुस्तान से सस्ता पेट्रोल और डीजल उपलब्ध कराने के लिए करा रहे हैं अपनी जनता को। लेकिन हिंदुस्तान में आज पेट्रोल की कीमतें आसमान छू रही हैं। लेकिन राहुल जी, लगातार आप प्रोटेस्ट करने, लगता है कि सरकार पर दबाव बन पा रहा है? देखिए, हम विपक्ष है, हमारा फर्ज है जनता की मांगों को उठाना। लगातार सड़क से संसद तक भारतीय युवक कांग्रेस अपने राष्ट्रीय अध्यक्ष बीवी श्रीनिवास जी के नेतृत्व में प्रदर्शन कर रही है। हम अपना संघर्ष जारी रखेंगे जब तक ये तानाशाही पूर्ण रवैया छोड़ते नहीं। उधर ਜ਼ਰੂਰਤਮੰਦਾਂ ਦੇ ਰਾਸ਼ਨ ਦੇ ਉੱਤੇ ਵੀ ਹੁਣ ਸਿਆਸਤ ਹੋਣੀ ਸ਼ੁਰੂ ਹੋ ਚੁੱਕੀ ਹੈ। ਦਿੱਲੀ ਸਰਕਾਰ ਦੇ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਪੈਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਸੀ, ਜਿਸ ਨੂੰ ਮੁੱਖ ਮੰਤਰੀ ਸਕੀਮ ਦਾ ਨਾਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਸਕੀਮ ਦੇ ਉੱਤੇ ਹੀ ਕੇਂਦਰ ਸਰਕਾਰ ਦੇ ਵੱਲੋਂ ਰੋਕ ਲਾਈ ਗਈ ਅਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੇ ਉੱਤੇ ਵੱਡਾ ਬਿਆਨ ਦਿੱਤਾ ਹੈ। ਕੀ ਕਹਿ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹ ਸੁਣਦੇ ਹਾਂ। तो पिछले 3-4 साल से मैं व्यक्तिगत इस पूरे स्कीम के ऊपर लगा हुआ हूँ कि किस तरह से राशन गरीबों तक, साफ़ सुथरा राशन, अच्छा राशन ईमानदारी से पहुँचे। और तब हमने इस योजना को, घर घर राशन पहुँचाने की योजना को 3-4 साल पहले शुरू किया था। पिछले 3-4 साल में काफ़ी तकलीफ़ें आई, काफ़ी अड़चनें आई। ये बहुत ही क्रांतिकारी योजना है। जाहिर तौर पे जो माफिया है वो बहुत स्ट्रॉन्ग माफिया है, वो बहुत ताकतवर माफिया है, उसके बड़े लिंक्स हैं, चारों तरफ उसके नेटवर्क है, वो इतनी आसानी से करने नहीं देगा। पिछले 3-4 साल से मैं मशक्क़त कर रहा हूँ इस माफिया से लड़ने की, मैं पूरी कोशिश कर रहा हूँ इस योजना को लागू कराने की। अब जबकि हमारा 20-22 साल पुराना सपना पूरा होने जा रहा था कि हम एक्चुअली लोगों के घर घर तक राशन पहुँचाने में सफल हो रहे थे, तो कल जब ये अड़चन आई तो थोड़ा सा दिल बैठ गया। लेकिन हम किसी भी तरह की अड़चन नहीं आने देंगे। केंद्र सरकार की जितनी शर्तें हैं हम सारी शर्तें मानेंगे। केंद्र सरकार जो कहेगी हम वो करेंगे। हमारा मकसद केवल और केवल जनता तक ईमानदारी से साफ़ सुथरा सस्ता राशन पहुंचाना है। अगर वो राशन पहुंच गया तो दिल को बड़ा सुकून मिलेगा और गरीबों की दुआएं मिलेंगी। उन गरीबों की दुआएं हैं जिसकी वजह से आज हमारे दिल्ली के अंदर, हम तो छोटे से लोग हैं, हमारी सरकार चल रही है। उधर कोरोना महामारी ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਟਿੱਪਣੀ ਕੀਤੀ ਹੈ। ਇਸ ਟਿੱਪਣੀ ਦੇ ਵਿੱਚ ਉਹਨਾਂ ਨੇ ਵੱਖਰੇ ਕਿਸਮ ਦੀ ਗੱਲ ਆਖ ਦਿੱਤੀ, ਜਿਸ ਨੂੰ ਲੈ ਕੇ ਹੁਣ ਲਗਾਤਾਰ ਜਥੇਦਾਰ ਦਾ ਇਹ ਬਿਆਨ ਸੁਰਖੀਆਂ ਦੇ ਵਿੱਚ ਹੈ। ਅਸੀਂ ਤਾਂ ਗੁਰੂ ਦੇ ਦਰਸ਼ਨ ਦੀਦਾਰ ਕਰਨ ਜਿਹੜਾ ਉਹ ਜਾਣਾ ਹੈ। ਗੁਰੂ ਸਾਡੇ ਲਈ ਸਭ ਤੋਂ ਅਹਿਮ ਹੈ। ਗੁਰੂ ਸਾਡੇ ਲਈ ਸਭ ਮੈਨੂੰ ਲੱਗਦਾ ਕਿ ਸ਼ਾਇਦ ਕਰੋਨਾ ਵੀ ਲੱਗਦਾ ਸਰਕਾਰ ਦਾ ਜਿਹੜਾ ਆਗਿਆਕਾਰੀ ਪੁੱਤ ਹੀ ਹੈ, ਜਿਹੜਾ ਸਰਕਾਰ ਦੀ ਆਗਿਆ 'ਚ ਚੱਲਦਾ, ਕਿਹੜੀ ਸਟੇਟ 'ਚ ਜਾਣਾ ਹੈ, ਕਿਹੜੀ ਸਟੇਟ 'ਚ ਨਹੀਂ ਜਾਣਾ। ਤੇ ਇਹ ਕਰੋਨਾ ਮੈਨੂੰ ਲੱਗਦਾ ਸਰਕਾਰ ਨੂੰ ਪੁੱਛ ਕੇ ਜਿਹੜਾ ਉਹ ਵੜਦਾ ਅੰਦਰ।
ਉਧਰ 29 ਜਨਵਰੀ ਤੋਂ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਅਤੇ ਉਸ ਤੋਂ ਬਾਅਦ ਤਿਹਾੜ ਜੇਲ੍ਹ ਦੇ ਵਿੱਚ 2 ਮਹੀਨੇ ਗੁਜ਼ਾਰਨ ਤੋਂ ਬਾਅਦ ਰਣਜੀਤ ਸਿੰਘ ਆਖਿਰਕਾਰ ਜ਼ਮਾਨਤ ਦੇ ਉੱਤੇ ਰਿਹਾ ਹੋ ਕੇ ਘਰ ਵਾਪਸ ਪਰਤੇ ਨੇ। 2 ਮਹੀਨਿਆਂ ਤੋਂ ਬਾਅਦ ਘਰ ਪਰਤੇ ਰਣਜੀਤ ਸਿੰਘ ਦਾ ਪਿੰਡ ਵਾਸੀਆਂ ਦੇ ਵੱਲੋਂ ਢੋਲ ਨਗਾਰੇ ਅਤੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਦੇ ਉੱਤੇ ਰਣਜੀਤ ਸਿੰਘ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਅਤੇ ਅਕਾਲੀ ਦਲ ਦੇ ਵੱਡੇ ਆਗੂ ਵਿਕਰਮ ਮਜੀਠੀਆ ਵੀ ਮੌਜੂਦ ਰਹੇ ਨੇ। ਬਹੁਤ ਨਾਂ ਉੱਚਾ ਕੀਤਾ ਮੇਰੇ ਪੁੱਤ ਨੇ, ਬਹੁਤ ਹਿੰਮਤ ਕੀਤੀ ਉਹਨਾਂ ਮੇਰੇ ਮਸੀਆਂ ਬਹੁਤ ਮਾਣਿਆ। ਸਰਸੇ ਦਾ ਵਿਚਾਰੇ ਦਾ ਬਹੁਤ ਬਹੁਤ ਭਲਾ ਹੋਵੇ, ਜੁਗ ਜੁਗ ਜੀਵੇ ਉਹ। ਮੇਰੇ ਮੁੰਡੇ ਦਾ ਇੰਨਾ ਹੈ ਨਾ, ਜੋ ਦਾ ਬਹੁਤ ਵਧੀਆ ਮੁੰਡਾ ਮੇਰਾ ਮਸੀਹ ਮਿਲਿਆ ਪਤਾ ਮੈਨੂੰ ਦੁਬਾਰਾ ਮਸੀਹ ਨਵਾਂ ਜਨਮ ਹੋਇਆ। ਇਹਦਾ ਸਵਾਗਤ ਅਸੀਂ ਬਹੁਤ ਜੋਸ਼ ਖਰੋਸ਼ ਨਾਲ ਕਰ ਰਹੇ ਹਾਂ। ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਪੂਰੇ ਵਰਲਡ ਦੇ ਵਿੱਚ ਨਾਮ ਚਮਕਾਇਆ ਆਪਣੇ ਪਰਿਵਾਰ ਦਾ ਵੀ, ਪਿੰਡ ਦਾ ਵੀ? ਹਾਂਜੀ ਬਹੁਤ ਵਧੀਆ। ਕਿਸੇ ਨੂੰ ਕਾਜਮਪੁਰ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਦੁਨੀਆ ਤੇ, ਜਿਹੜਾ ਅੱਜ ਹੁਣ ਵਰਲਡ ਤੇ ਨਾਂ ਚਮਕ ਗਿਆ ਕਾਜਮਪੁਰ ਦਾ। ਹਾਂਜੀ ਬਹੁਤ ਵਧੀਆ। ਦੇਖ ਲਓ ਜੀ, ਤਿਆਰੀ ਤਾਂ ਵਿਆਹ ਵਾਂਗਰ ਕੀਤੀ ਆ। ਹਾਂਜੀ। ਤੇ ਕਿੰਨੇ ਦਿਨ ਬਾਅਦ ਅੱਜ ਤੁਹਾਡਾ ਪੁੱਤ ਵਾਪਸ ਆ ਰਿਹਾ ਜੀ ਘਰ? 2 ਮਹੀਨੇ ਅੱਜ 21 ਤਰੀਕ ਨੂੰ, ਕੱਲ ਨੂੰ ਹੋ ਜਾਣੇ 2 ਮਹੀਨੇ ਘਰੋਂ ਗਏ ਨੇ। 2 ਮਹੀਨੇ ਮਹਾਰਾਜ ਨੇ ਵਾਪਸ ਦਿੱਤਾ। ਉਧਰ ਲੁਧਿਆਣਾ ਦੇ ਵਿੱਚ ਵੀ ਸਿਹਤ ਮਹਿਕਮੇ ਦੀ ਟੀਮ ਦੇ ਵੱਲੋਂ ਵੱਖ-ਵੱਖ ਮਾਲਾਂ ਅਤੇ ਵੱਡੇ ਸ਼ਾਪਿੰਗ ਸੈਂਟਰਾਂ ਦੇ ਵਿੱਚ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਆਮ ਲੋਕ ਇਸ ਕਰੋਨਾ ਮਹਾਮਾਰੀ ਤੋਂ ਆਪਣਾ ਬਚਾਅ ਕਰ ਸਕਣ। ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੋਵਿਡ-19 ਦਾ ਦੌਰ ਚੱਲ ਰਿਹਾ ਵਾ ਤੇ ਇਹਦਾ ਸੈਕੰਡ ਸਟੇਜ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ। ਇਹਦੇ ਵਿੱਚ ਲੋਕਾਂ ਵੱਲੋਂ ਕਿੰਨੇ ਕੁ ਰੂਲ ਫੋਲੋ ਕੀਤੇ ਜਾ ਰਹੇ ਨੇ, ਉਸ ਸੰਬੰਧ ਦੇ ਵਿੱਚ ਅਸੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਗਰੂਕਤਾ ਕੈਂਪੇਨ ਚਲਾ ਰਹੇ ਹਾਂ। ਇਸ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਸਾਨੂੰ ਤੇ ਸਿਵਲ ਸਰਜਨ ਸਾਹਿਬ ਦੀਆਂ ਸਟੈਂਡਿੰਗ ਇੰਸਟਰਕਸ਼ਨ ਸੀ ਵੀ ਜਿੱਥੇ ਵੀ ਭੀੜ ਭਾੜ ਵਾਲੇ ਇਲਾਕੇ ਨੇ ਉੱਥੇ ਜਾ ਕੇ ਤੁਸੀਂ ਇੱਕ ਅਵੇਅਰਨੈਸ ਕੈਂਪੇਨ ਚਲਾਓ, ਜਿੱਥੇ ਲੋਕਾਂ ਵੱਲੋਂ ਮਾਸਕ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕੀਤੀ ਜਾ ਰਹੀ ਜਾਂ ਕੋਵਿਡ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਆ। ਉਸੇ ਸੰਬੰਧ ਵਿੱਚ ਅੱਜ ਅਸੀਂ ਫਿਰੋਜ਼ਪੁਰ ਰੋਡ ਤੇ ਸਥਿਤ ਵੇਵ ਮਾਲ ਵਿੱਚ ਆਏ ਸੀਗੇ। ਇੱਥੇ ਮਾਲ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ, ਕਿਉਂਕਿ ਇਹਨਾਂ ਵੱਲੋਂ ਐਂਟਰੀ ਪੁਆਇੰਟ ਤੇ ਹੀ ਮਾਸਕ ਰੱਖੇ ਗਏ ਨੇ, ਥਰਮਲ ਸਕੈਨਿੰਗ ਕੀਤੀ ਜਾ ਰਹੀ ਆ, ਹੈਂਡ ਸੈਨੀਟਾਈਜ਼ ਕਰਵਾ ਕੇ ਹੀ ਲੋਕਾਂ ਨੂੰ ਅੰਦਰ ਭੇਜਿਆ ਜਾ ਰਿਹਾ। ਜਿਨ੍ਹਾਂ ਕੋਲੇ ਮਾਸਕ ਨਹੀਂ ਹੁੰਦਾ ਤਾਂ ਉਹਨਾਂ ਨੂੰ ਗੇਟ ਦੇ ਉੱਪਰ ਹੀ ਮਾਸਕ ਦਿੱਤੇ ਜਾ ਰਹੇ ਨੇ ਤਾਂ ਜੋ ਲੋਕ ਮਾਸਕ ਲਗਾ ਕੇ ਇਸ ਕੋਵਿਡ ਦੀ ਜੋ ਚੇਨ ਚੱਲ ਰਹੀ ਆ ਉਹਨੂੰ ਰੋਕ ਸਕਣ। ਦੋਸਤੋ, ਚੱਲਦਾ ਫਿਰਦਾ ਕਰੋਨਾ ਬੰਬ ਨੇ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨਾਲ ਸਖਤੀ ਨਾਲ ਨਜਿੱਠੇ। ਜਿਹੜੇ ਐਂ ਦੇ ਬੰਦੇ ਨੇ ਉਹਨਾਂ ਦੀ ਕੋਈ ਰਿਆਇਤ ਨਹੀਂ ਕਰਨੀ ਚਾਹੀਦੀ। ਮੌਲਾਂ ਦੇ ਉੱਪਰ ਪੂਰੀ ਸਖਤੀ ਕਰਨ। ਜਿਹੜੇ ਐਂ ਦੇ ਫਿਰ ਰਹੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਰੋਨਾ ਫੈਲਣ ਤੋਂ ਰੋਕਿਆ ਜਾਵੇ। ਸੈਕਿੰਡ ਵੇਵ ਇਜ਼ ਮੋਰ ਡੇਂਜਰਸ। ਆਪਾਂ ਸਾਰਿਆਂ ਨੇ ਮਿਲ ਜੁਲ ਕੇ ਕਰੋਨਾ ਨੂੰ ਹਰਾਉਣਾ। ਹੱਥ ਸੈਨੀਟਾਈਜ਼ ਕਰਨ, ਥੋੜ੍ਹਾ ਜਿਹਾ ਹੱਥ ਪੈਰ ਧੋਣ। ਉਧਰ ਗੁਰੂ ਸਾਹਿਬ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਹੈ। ਇਸ ਨਗਰ ਕੀਰਤਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ, ਜਿਨ੍ਹਾਂ ਦੇ ਵੱਲੋਂ ਇਸ ਮੌਕੇ ਦੇ ਉੱਤੇ ਸੰਗਤਾਂ ਨੂੰ ਨਾਮ ਬਾਣੀ ਅਤੇ ਗੁਰਬਾਣੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਅੱਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 400 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ, ਉਹਦੇ ਸੰਬੰਧ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪ੍ਰਕਾਸ਼ ਅਸਥਾਨ ਤੋਂ, ਗੁਰੂ ਕੇ ਮਹਿਲ ਤੋਂ ਇੱਕ ਬਹੁਤ ਵੱਡਾ ਵਿਸ਼ਾਲ ਨਗਰ ਕੀਰਤਨ ਸ਼ੁਰੂ ਕੀਤਾ ਜਾ ਰਿਹਾ। ਸੰਗਤਾਂ ਨੂੰ ਸੁਨੇਹਾ ਦੇਣ ਵਾਸਤੇ, ਸੰਗਤਾਂ ਨੂੰ ਬਾਣੀ ਨਾਲ ਜੋੜਨ ਵਾਸਤੇ, ਸੰਗਤਾਂ 'ਚ ਉਤਸ਼ਾਹ ਪੈਦਾ ਕਰਨ ਵਾਸਤੇ ਇਹ ਸਾਡੀਆਂ ਪਰੰਪਰਾਵਾਂ ਹਨ ਕਿ ਅਸੀਂ ਗੁਰਮਤਿ ਸਮਾਗਮ ਕਰੀਏ, ਅਸੀਂ ਨਗਰ ਕੀਰਤਨ ਕੱਢੀਏ। ਉਹ ਪਰੰਪਰਾਵਾਂ ਨੂੰ ਵੇਖਦਿਆਂ ਹੋਇਆਂ ਅੱਜ ਇਹ ਵਿਸ਼ਾਲ ਨਗਰ ਕੀਰਤਨ ਇੱਥੋਂ ਚੱਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਜਿੱਥੇ ਮੁਬਾਰਕ ਚਰਨ ਪਏ ਹੈ ਉੱਥੋਂ ਹੁੰਦਾ ਹੋਇਆ ਵੱਖ-ਵੱਖ ਪੜਾਵਾਂ ਤੇ ਰੁਕਦਾ ਹੋਇਆ ਪੰਜਾਬ, ਹਰਿਆਣਾ, ਇਹ ਸਾਰੇ ਮਾਲਵਾ, ਮਾਝਾ, ਦੁਆਬਾ ਇੱਥੋਂ ਹੋ ਕੇ ਦਿੱਲੀ ਪਹੁੰਚੇਗਾ ਤੇ ਦਿੱਲੀ ਤੋਂ ਫਿਰ ਦੁਬਾਰਾ ਵਾਪਸ ਸਫ਼ਰ ਜਿਹੜਾ ਭਾਈ ਜਾਤਾ ਜੀ ਜੋ ਸੀਸ ਲੈ ਕੇ ਆਏ ਸੀ ਉੱਥੋਂ ਦੀ ਕਰਦਾ ਹੋਇਆ ਆਨੰਦਪੁਰ ਸਾਹਿਬ ਪਹੁੰਚੇਗਾ। ਸੋ ਲੰਬਾ ਸਮਾਂ ਲੱਗੇਗਾ, 1 ਮਹੀਨੇ ਦਾ ਤਕਰੀਬਨ ਸਮਾਂ ਲੱਗੇਗਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਰਸਤਿਆਂ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਆਪਣਾ ਮੁਬਾਰਕ ਚਰਨ ਪਾਉਂਦੇ ਆ, ਜਿੱਥੋਂ ਜਿੱਥੋਂ ਲੰਘਦੇ ਜਾਣਗੇ, ਸਾਰੀ ਸੰਗਤ ਉਮੜ ਕੇ ਆਓ, ਆਪਣੇ ਪਾਤਸ਼ਾਹ ਨੂੰ ਨਮਸਕਾਰ ਕਰੋ ਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਮੈਂ ਇਹ ਵੀ ਬੇਨਤੀ ਕਰਾਂਗੀ ਕਿ ਸਰਕਾਰ ਪੈਨਿਕ ਨਾ ਕ੍ਰੀਏਟ ਕਰੇ, ਸੁਚੇਤ ਜ਼ਰੂਰ ਕਰੇ। ਜੋ ਹਦਾਇਤਾਂ ਹਨ ਸਾਨੂੰ ਮੰਨਣੀਆਂ ਚਾਹੀਦੀਆਂ, ਪਾਲਣੀਆਂ ਚਾਹੀਦੀਆਂ ਤੇ ਸੰਗਤ ਜਿਹੜੀ ਹੈ ਹਮੇਸ਼ਾ ਗੁਰੂ ਲਈ ਸ਼ਰਧਾ ਜਿਹੜੀ ਹੈ ਉਹ ਆਪਣੇ ਬਣਾਈ ਰੱਖੇ। ਰਸਤਿਆਂ ਵਿੱਚ ਵੱਖ-ਵੱਖ ਢੰਗ ਦੇ ਨਾਲ ਜੀ ਆਇਆਂ ਕਹਿਣ ਵਾਸਤੇ
ਆਪਣੇ ਆਪਣੇ ਪੜਾਵਾਂ ਤੇ ਜ਼ਰੂਰ ਖੜੀ ਹੋ ਕੇ ਜੀ ਆਇਆਂ ਕਵੇ। ਉਧਰ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਮਹਾਮਾਰੀ ਦੇ ਕੇਸਾਂ ਦੇ ਮੱਦੇਨਜ਼ਰ ਸਕੂਲਾਂ ਨੂੰ ਤਾਂ ਬੰਦ ਕਰ ਦਿੱਤਾ ਗਿਆ, ਪਰ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੇ ਵੱਲੋਂ ਮਿਲ ਕੇ ਅਪੀਲ ਕੀਤੀ ਗਈ ਹੈ ਸਰਕਾਰ ਨੂੰ ਕਿ ਜਲਦ ਤੋਂ ਜਲਦ ਸਕੂਲ ਅਤੇ ਕਾਲਜ ਖੋਲ੍ਹੇ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦੇ ਉੱਤੇ ਮਾੜਾ ਅਸਰ ਨਾ ਪਵੇ। ਅਪੀਲ ਖਾਸ ਤੌਰ ਦੇ ਉੱਤੇ ਅਧਿਆਪਕਾਂ ਦੇ ਵੱਲੋਂ ਸਰਕਾਰ ਨੂੰ ਕੀਤੀ ਗਈ ਹੈ। ਆਨਲਾਈਨ ਸਿੱਖਿਆ ਜਿਹੜੀ ਸੀ ਉਹ ਨਾਲੋਂ ਨਾਲ ਬੱਚਿਆਂ ਨੂੰ ਦਿੱਤੀ ਗਈ ਆ। ਸਿਲੇਬਸ ਪੂਰੇ ਦਾ ਪੂਰਾ ਕਵਰ ਕਰਵਾਇਆ ਗਿਆ ਹੈ। ਇੱਕ ਚੈਪਟਰ ਬੱਚੇ ਦਾ ਕਨਸੈਪਟਸ ਸਾਰੇ ਕਲੀਅਰ ਕੀਤੇ ਗਏ ਸੀ। ਕੋਈ ਬੱਚੇ ਨੂੰ ਡਾਊਟ ਨਹੀਂ ਸੀ। ਬੱਚੇ ਤਿਆਰੀਆਂ ਕਰ ਰਹੇ ਸੀ। ਪ੍ਰੀਖਿਆਵਾਂ ਦੇ ਦੌਰਾਨ ਇਸ ਵਕਤ ਜਿਹੜੀ ਕਰੋਨਾ ਦੀ ਵੇਵ ਸੀ ਉਹ ਕਾਫੀ ਤੀਵਰ ਉੱਭਰ ਕੇ ਆਈ ਆ। ਕਾਫੀ ਉੱਚ ਦਰ ਸੀ ਉਹਦੀ ਇਸ ਵਕਤ। ਪੋਜ਼ੀਟਿਵ ਜਿਹੜੇ ਪਾਏ ਜਾ ਰਹੇ ਸੀ ਕੇਸ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੇਫਟੀ ਦੇ ਮੱਦੇਨਜ਼ਰ ਇੱਕ ਸੇਫਟੀ ਮੇਜਰਮੈਂਟ ਲੈਂਦੇ ਹੋਏ ਸਰਕਾਰ ਦੁਆਰਾ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਉਹ 1 ਹਫ਼ਤੇ ਲਈ ਆ, ਕੇਵਲ ਤੇ ਕੇਵਲ 1 ਹਫ਼ਤੇ ਲਈ ਆ, ਤਾਂ ਕਿ ਫਿਰ ਅਸੀਂ ਜਿਹੜਾ ਮਾਸਕ ਪਾਉਣਾ ਛੱਡ ਦਿੱਤਾ ਸੀ। ਮਾਸਕ ਤੋਂ ਤੇ ਇੱਕ ਸੋਸ਼ਲ ਡਿਸਟੈਂਸ ਜਿਹੜਾ ਸਮਾਜਿਕ ਦੂਰੀ ਆ ਉਹਦੇ ਤੋਂ ਅਸੀਂ ਬਿਲਕੁਲ ਹੀ ਘਟਾ ਦਿੱਤਾ ਸੀ। ਸੋ ਉਹਨਾਂ ਨੂੰ ਇੱਕ ਵਾਰੀ ਲਾਗੂ ਕਰਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤਾਂ ਡਰਨ ਦੀ ਕੋਈ ਲੋੜ ਨਹੀਂ, ਪੈਨਿਕ ਹੋਣ ਦੀ ਕੋਈ ਲੋੜ ਨਹੀਂ ਆ। ਬੇਟੇ ਬਹੁਤ ਗਲਤ ਹੋਇਆ ਕਿ ਇਹ ਸਕੂਲ ਬੰਦ ਨਹੀਂ ਹੋਣੇ ਚਾਹੀਦੇ। ਮਸਾਂ ਤਾਂ ਬੱਚੇ ਆਉਣ ਲੱਗੇ ਸੀ, ਪੜ੍ਹਾਈ ਕਰਨ ਲੱਗੇ ਸੀ। ਹੁਣ 8ਵੀਂ ਤੇ 10ਵੀਂ ਦੇ ਐਗਜ਼ਾਮ ਵੀ ਆ ਗਏ ਆ ਤੇ ਇਸ ਲਈ ਸਕੂਲ ਬੰਦ ਕਰਨੇ ਬਹੁਤ ਜ਼ਿਆਦਾ ਗਲਤ ਹੈ। ਜਿਹੜੇ ਕਿ ਪੇਪਰ ਆਫਲਾਈਨ ਹੋ ਰਹੇ ਸੀ ਹੁਣ ਆਨਲਾਈਨ ਹੋਣਗੇ ਜਾਂ ਨਾ ਹੋਣਗੇ, ਇਹ ਜਦੋਂ ਸਰਕਾਰ ਦੀ ਪਾਲਿਸੀਜ਼ ਆਉਣਗੀਆਂ ਉਹੀ ਪਤਾ ਚੱਲੇਗਾ। ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਦਾ ਜਿਹੜਾ ਸਹੀ ਹੈ ਠੀਕ ਕਰਨਾ ਬੰਦ ਕਰਨਾ ਸਕੂਲ ਸਹੀ ਹੈ ਜਾਂ ਗਲਤ ਹੈ? ਨਹੀਂ, ਬੰਦ ਨਹੀਂ ਸੀ ਹੋਣੇ ਚਾਹੀਦੇ ਸਕੂਲ। ਬੱਚਿਆਂ ਦੀ ਪੜ੍ਹਾਈ ਤੇ ਕਿੰਨਾ ਕੁ ਅਸਰ ਪੈ ਰਿਹਾ? ਬੱਚਿਆਂ ਦੀ ਪੜ੍ਹਾਈ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ। ਬੱਚੇ ਘਰ ਘਰ ਫਿਰਦੇ ਪਏ ਆ ਤੇ ਉਹ ਪੜ੍ਹਾਈ ਨਹੀਂ ਕਰ ਰਹੇ। ਆਨਲਾਈਨ ਪੜ੍ਹਾਈ ਨਹੀਂ ਹੋ ਰਹੀ ਬੱਚਿਆਂ ਦੀ, ਕਿਉਂਕਿ ਕਦੇ ਕੋਲ ਮੋਬਾਈਲ ਨਹੀਂ ਹੈਗੇ। ਜੇ ਕਰਨਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਕਿ ਸਕੂਲ ਜਿਹੜੇ ਆ ਖੋਲ੍ਹੇ ਜਾਣ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕੀਤਾ ਜਾਵੇ, ਬੱਚਿਆਂ ਨੂੰ ਪੜ੍ਹਨ ਦਿੱਤਾ ਜਾਵੇ। 31 ਮਾਰਚ ਤੱਕ ਪੇਪਰ ਪੋਸਟਪੋਨ ਕਰ ਦਿੱਤੇ ਆ, ਕੀ ਲੱਗਦਾ ਹੈ ਕਿ ਅੱਗੇ ਪੇਪਰ ਹੋ ਪਾਉਣਗੇ? ਹੋਣੇ ਤੇ ਚਾਹੀਦੇ ਹਨ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਸਿਆਸੀ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।